ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਹਰ ਰੋਜ਼ ਦੀ ਤਰ੍ਹਾਂ ਹੀ ਮੌਸਮ ਦੀ ਹਾਲ ਬਿਆਨੀ। ਪੰਜਾਬ ਦੇ ਵਿੱਚ ਤਪਸ਼ ਘਟੀ ਹੈ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ 30 ਤਰੀਕ ਤੱਕ ਦਾ ਮਹੀਨਾ ਯਾਨੀ ਕਿ 30ਵਾਂ ਮਹੀਨਾ ਇਹ ਤੇ 1 ਮਈ ਤੋਂ ਬਾਅਦ ਪੰਜਾਬ ਦੇ ਵਿੱਚ ਗਰਮੀ ਨੇ ਜ਼ੋਰ ਫੜਨਾ ਇੱਕਦਮ। ਪਰ ਉਹਨੇ ਦਿਨ ਯਾਨੀ ਕਿ 30 ਤਰੀਕ ਤੱਕ ਪੰਜਾਬ ਦੇ ਵਿੱਚ 37, 38, 39 ਤੱਕ ਤਾਪਮਾਨ ਰਹਿਣਾ ਡਿਗਰੀਆਂ ਤੱਕ। ਤੇ ਇਹ ਵੀ ਭਵਿੱਖਬਾਣੀ ਕੀਤੀ ਗਈ ਹੈ ਕਿ 27 ਤੇ 28 ਤਰੀਕ ਨੂੰ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਪੂਰੀ ਆ। ਪੰਜਾਬ ਦੇ ਵੱਡੇ ਹਿੱਸੇ ਦੇ ਵਿੱਚ ਮੀਂਹ ਪੈ ਸਕਦਾ। ਉਹ ਮੀਂਹ ਕਿੰਨਾ ਕੁ ਪੈਂਦਾ, ਕਿੱਥੇ ਕਿੱਥੇ ਪੈਂਦਾ, ਕਿਤੇ ਗੜੇ ਵੀ ਪੈਂਦੇ ਜਾਂ ਹਵਾ ਹੀ ਚੱਲਦੀ ਹੈ ਤਾਂ ਵਕਤ ਦੱਸੂਗਾ। ਪਰ ਪੰਜਾਬ ਦੇ ਵਿੱਚ ਤਪਸ਼ ਘਟੀ ਆ ਪਿਛਲੇ ਕੁਝ ਦਿਨਾਂ ਦੇ ਵਿੱਚ। ਉਹਦਾ ਕਾਰਨ ਹੈ ਕਿ ਪੰਜਾਬ ਦੇ ਵਿੱਚ ਮੀਂਹ ਪਿਆ, ਝੱਖੜ ਝੁੱਲਾ ਆਇਆ, ਜਿਹਦੇ ਕਰਕੇ ਤਾਪਮਾਨ ਦੇ ਉੱਤੇ ਬ੍ਰੇਕ ਥੋੜ੍ਹੀ ਜਿਹੀ ਲੱਗੀ ਆ। ਪਰ ਰਹਿਣੀ ਇਹ ਵਕਤੀ ਤੌਰ ਦੇ ਉੱਤੇ ਹੀ ਹੈ, ਕਿਉਂਕਿ 1 ਮਈ ਤੋਂ ਵੱਟ ਕੱਢ ਗਰਮੀ ਦੀ ਸ਼ੁਰੂਆਤ ਹੋ ਜਾਣੀ ਹੈ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਪੰਜਾਬ ਦੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਬੜੀ ਦੁਖਦਾਈ ਹੈ। ਉਹ ਬੜੇ ਮਸੋਸੇਮੰਦ ਦੇ ਨਾਲ ਸਾਂਝੀ ਕਰਨੀ ਪਈ ਹੈ ਲੋਕਾਂ ਨੂੰ ਇੱਕ ਦੂਜੇ ਦੇ ਨਾਲ, ਕਿਉਂਕਿ ਪੰਜਾਬ ਦੀ ਰਾਜਨੀਤੀ ਦੇ ਇੱਕ ਯੁੱਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ 95 ਸਾਲ ਦੀ ਉਮਰ ਦੇ ਵਿੱਚ ਮੌਤ ਹੋ ਗਈ ਹੈ। ਵਿਚਾਰਧਾਰਕ ਤੌਰ ਦੇ ਉੱਤੇ ਕੋਈ ਨਾਲ ਉਹਨਾਂ ਦੇ ਸਹਿਮਤ ਵੀ ਹੋ ਸਕਦਾ, ਕੋਈ ਅਸਹਿਮਤ ਵੀ ਹੋ ਸਕਦਾ। ਪਰ ਗੱਲ ਇਹ ਆ ਕਿ 5 ਵਾਰ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ। 18 ਸਾਲ ਤੇ 340 ਦਿਨ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ ਆ। 5 ਵਾਰ ਮੁੱਖ ਮੰਤਰੀ ਰਹੇ, 11 ਵਾਰ ਉਹ ਵਿਧਾਇਕ ਰਹੇ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ। ਤੇ ਫਿਰ ਜੇ ਆਪਾਂ ਗੱਲ ਕਰੀਏ ਤਾਂ 3 ਵਾਰ ਉਹ ਵਿਰੋਧੀ ਧਿਰ ਦੇ ਆਗੂ ਵੀ ਰਹੇ ਤੇ 1 ਵਾਰ ਉਹ ਕੇਂਦਰ ਦੇ ਮੰਤਰੀ ਵੀ ਬਣੇ ਆ। ਜ਼ਿੰਦਗੀ ਦੇ ਵਿੱਚ ਤਜਰਬਾ ਉਹਨਾਂ ਦਾ ਬਹੁਤ ਵੱਡਾ ਸੀ ਤੇ ਸੀ ਸ਼ਬਦ ਆ ਜਿਹੜਾ ਇਹ ਹੈ ਤੋਂ ਬਾਅਦ ਆਉਣਾ ਸ਼ੁਰੂ ਹੋਇਆ। ਇਸ ਕਰਕੇ ਅਕਾਲੀ ਦਲ ਦੇ ਆਗੂ ਟੁੱਟ ਗਏ ਆ। ਆਪਾਂ ਇਹ ਵੀ ਜਾਣਦੇ ਕਿ ਜਿੰਨੀ ਦੇਰ ਤੱਕ ਵੱਡੇ ਬਾਦਲ ਸਾਹਿਬ ਸਰਗਰਮ ਰਹੇ ਆ ਉਨੀ ਦੇਰ ਤੱਕ ਅਕਾਲੀ ਦਲ ਕਿੰਨੀ ਮਜ਼ਬੂਤ ਸਥਿਤੀ ਵਿੱਚ ਰਿਹਾ। ਜਦੋਂ ਬਾਦਲ ਸਾਹਿਬ ਦੀ ਸਿਹਤ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਆਈ ਆ ਉਦੋਂ ਅਕਾਲੀ ਦਲ ਕੰਬਿਆ। ਉਦੋਂ ਅਕਾਲੀ ਦਲ ਦੇ ਵਿੱਚ ਕਿਸੇ ਨਾ ਕਿਸੇ ਕਿਸਮ ਦੀ ਸਮੱਸਿਆ ਆਈ ਆ। ਵਿਚਾਰਧਾਰਕ ਤੌਰ ਦੇ ਉੱਤੇ ਕੋਈ ਬੰਦਾ ਵੱਡੇ ਬਾਦਲ ਸਾਹਿਬ ਨੂੰ ਨਾ ਪਸੰਦ ਕਰਦਾ ਹੋ ਸਕਦਾ, ਪਰ ਗੱਲ ਇਹ ਹੈ ਜੀ ਕਿ ਜਿਸ ਤਰੀਕੇ ਨਾਲ ਰੁੱਸੇ ਨੂੰ ਮਨਾਉਣ ਦਾ ਵੱਲ ਤੇ ਜਿਸ ਤਰੀਕੇ ਨਾਲ ਮੂੰਹ ਭੁਆ ਕੇ ਤੁਰਨ ਵਾਲੇ ਨੂੰ ਪਲੋਸ ਕੇ ਨਾਲ ਤੋਰਨ ਦਾ ਕੰਮ ਵੱਡੇ ਬਾਦਲ ਸਾਹਿਬ ਹੋਰੀ ਜਾਣਦੇ ਸੀ। ਇਹ ਹੋਰ ਕਿਸੇ ਰਾਜਨੀਤਿਕ ਬੰਦੇ ਦੇ ਹਿੱਸੇ ਦੇ ਵਿੱਚ ਨਹੀਂ ਆਇਆ। ਉਹਨਾਂ ਦੇ ਵੱਲੋਂ ਕਈ ਵਾਰ ਮਿੱਠੀ ਜੀ ਝਾੜ ਵੀ ਪਾਈ ਜਾਂਦੀ ਰਹੀ ਆ। ਇੱਕ ਬੜੀ ਵੱਡੇ ਪੱਧਰ ਤੇ ਵੀਡੀਓ ਵਾਇਰਲ ਹੋ ਰਹੀ ਆ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਉਸ ਵਕਤ ਬਿਕਰਮ ਸਿੰਘ ਮਜੀਠੀਆ ਹੋਰੀ ਵੀ ਮੰਚ ਦੇ ਉੱਤੇ ਖੜੇ ਆ, ਡਾਕਟਰ ਦਲਜੀਤ ਸਿੰਘ ਚੀਮਾ ਹੋਰੀ ਵੀ ਖੜੇ ਆ, ਕਈ ਹੋਰ ਲੋਕ ਵੀ ਖੜੇ ਆ। ਤਾਂ ਉਸ ਵਕਤ ਵੱਡੇ ਬਾਦਲ ਸਾਹਿਬ ਨੇ ਗੱਲ ਕਹੀ ਸੀ ਕਿ ਮੈਂ ਆਜ਼ਾਦੀ ਦੇ ਵੇਲੇ ਕਿੰਨੀਆਂ ਲੜਾਈਆਂ ਲੜੀਆਂ ਤੇ ਕਿੰਨੀ ਮੈਂ ਜੇਲ੍ਹ ਕੱਟੀ ਆ। ਉਹ ਕਹਿੰਦੇ ਜੀ ਕਿ ਮੈਂ ਤਾਂ ਕਦੇ ਕਿਆਸ ਨਹੀਂ ਸੀ ਕੀਤਾ ਵੀ ਇਸ ਥਾਂ ਤੱਕ ਲੋਕ ਪਹੁੰਚਾਣਗੇ, ਅਸੀਂ ਘਾਲਣਾਵਾਂ ਘਾਲੀਆਂ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇੱਥੇ ਜਿਹੜੇ ਕੁਹਾੜ ਸਾਹਿਬ ਵੀ ਆ, ਇੱਥੇ ਹੋਰ ਵੀ ਸ਼ਖਸੀਅਤਾਂ ਬੈਠੀਆਂ, ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਕੁਰਬਾਨੀਆਂ ਦੇ ਵਿੱਚ ਯੋਗਦਾਨ ਪਾਇਆ, ਸੰਘਰਸ਼ ਕੀਤਾ। ਅੱਜ ਕੱਲ੍ਹ ਦੇ ਮੁੰਡਿਆਂ ਨੂੰ ਤਾਂ ਪੱਕੀ ਪਕਾਈ ਮਿਲ ਗਈ ਹੈ ਤੇ ਹੱਥ ਉਹਨਾਂ ਦਾ ਬਿਕਰਮ ਸਿੰਘ ਮਜੀਠੀਆ ਦੇ ਵੱਲ ਗਿਆ ਸੀ। ਉਦੋਂ ਪੰਡਾਲ ਦੇ ਵਿੱਚ ਹਾਸਾ ਪੈ ਗਿਆ ਤੇ ਫਿਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇੱਥੇ ਤਾਂ ਥਾਲੀ ਪਰੋਸੀ ਮਿਲ ਗਈ ਆ ਤੇ ਭਾਈ ਹੁਣ ਲੋਕਾਂ ਦੇ ਨਾਲ ਜੁੜਨ ਦਾ ਕੰਮ ਕਰੋ। ਯਾਨੀ ਕਿ ਜਦੋਂ ਉਹ ਆਪਣੇ ਰੌਂ ਦੇ ਵਿੱਚ ਆਉਂਦੇ ਸੀ ਇਸ ਤਰੀਕੇ ਦੇ ਨਾਲ ਨਿਹੋਰਾ ਵੀ ਮਾਰਦੇ ਸੀ, ਇਸ ਤਰੀਕੇ ਦੇ ਨਾਲ ਮਿੱਠੀ ਝਾੜ ਝੰਬ ਵੀ ਕਰ ਦਿੰਦੇ ਹੁੰਦੇ ਸੀ। ਪਰ ਉਸ ਤੋਂ ਅਗਲੀ ਗੱਲ ਇਹ ਆ ਕਿ ਵੱਡੇ ਬਾਦਲ ਸਾਹਿਬ ਦੇ ਤੁਰ ਜਾਣ ਤੋਂ ਬਾਅਦ ਅੱਜ ਯਾਨੀ ਕਿ ਬੁੱਧਵਾਰ ਨੂੰ 10 ਵਜੇ ਸਵੇਰੇ ਪਾਰਟੀ ਦਫ਼ਤਰ ਦੇ ਵਿੱਚ ਉਹਨਾਂ ਦੀ ਮ੍ਰਿਤਕ ਦੇਹ ਨੂੰ ਰੱਖਿਆ ਜਾਣਾ। ਫਿਰ 1 ਵਜੇ ਦੁਪਹਿਰ ਦੇ ਵੇਲੇ ਉਹਨਾਂ ਦੀ ਮ੍ਰਿਤਕ ਦੇਹ ਪਿੰਡ ਦੇ ਵੱਲ ਜਾਣੀ ਆ ਤੇ ਹੌਲੀ ਉੱਥੇ ਕਾਫਲੇ ਦੇ ਰੂਪ ਦੇ ਵਿੱਚ ਪਿੰਡ ਪਹੁੰਚੂਗੀ ਤੇ ਯਾਨੀ ਕਿ ਭਲਕ ਨੂੰ ਯਾਨੀ ਕਿ ਵੀਰਵਾਰ ਨੂੰ ਉਹਨਾਂ ਦਾ ਪਿੰਡ ਦੇ ਵਿੱਚ ਦੁਪਹਿਰ ਦੇ ਵੇਲੇ ਬਾਦਲ ਪਿੰਡ ਦੇ ਵਿੱਚ ਸੰਸਕਾਰ ਕੀਤਾ ਜਾਣਾ। ਉਹਨਾਂ ਦੀ ਮੌਤ ਦੇ ਉੱਤੇ ਰਾਸ਼ਟਰੀ ਪੱਧਰ ਦੇ ਉੱਤੇ 2 ਦਿਨ ਦਾ ਸੋਗ ਮਨਾਇਆ ਜਾਣਾ। ਕੇਂਦਰ ਦੀ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਕਹੀ ਹੈ ਕਿ ਮੈਂ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਕੋਲੋਂ ਬਹੁਤ ਕੁਝ ਸਿੱਖਿਆ। ਇਹ ਵੱਖਰੀ ਗੱਲ ਹੈ ਕਿ ਸਮੇਂ ਦੇ ਉੱਤੇ ਬਹੁਤ ਸਾਰੇ ਬੀਜੇਪੀ ਦੇ ਨੇਤਾ ਅੱਜ ਇਹ ਗੱਲ ਕਹਿੰਦੇ ਆ ਕਿ ਅਸੀਂ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਕਰਨਾ, ਪਰ ਜਿਹੜੇ ਅਕਾਲੀ ਦਲ ਦੇ ਉਹ ਸਰਪ੍ਰਸਤ ਰਹੇ ਆ ਕਿਸੇ ਵੇਲੇ ਬੀਜੇਪੀ ਦਾ ਉਹਦੇ ਨਾਲ ਗੱਠਜੋੜ ਵੀ ਰਿਹਾ ਤੇ ਵੱਡੇ ਬਾਦਲ ਸਾਹਿਬ ਦੇ ਗੋਡੀ ਹੱਥ ਲਾਉਂਦੇ ਅਸੀਂ ਅਕਸਰ ਵੇਖੇ ਆ। ਜਦੋਂ ਵੀ ਕਿਤੇ ਮੰਚ ਦੇ ਉੱਤੇ ਕਿਸੇ ਪ੍ਰੋਗਰਾਮ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਇਕੱਠੇ ਹੁੰਦੇ ਸੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਮੂਹਰੇ ਕੀ ਔਕੜਾਂ ਹੋਣਗੀਆਂ, ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਕਿਹੜਾ ਮੋੜ ਕੱਟੂਗਾ, ਇਹ ਵਕਤ ਬਿਆਨ ਕਰੂਗਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਸ ਵੇਲੇ ਅਕਾਲੀ ਦਲ ਦੇ ਉੱਤੇ ਔਖਾ ਵੇਲਾ ਚੱਲਦਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪਿਛਲੇ 6.25 ਸਾਲ ਦੇ ਵਿੱਚ ਅਕਾਲੀ ਦਲ ਨੇ ਮਜ਼ਬੂਤੀ ਦੇ ਵੱਲ ਪੈਰ ਨਹੀਂ ਪੱਟੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ 5 ਸਾਲ ਪਹਿਲਾਂ ਤੇ 1.25 ਸਾਲ ਹੁਣ ਹੋ ਗਿਆ ਅਕਾਲੀ ਦਲ ਸੱਤਾ ਦੇ ਵਿੱਚੋਂ ਬਾਹਰ ਹੈ ਤੇ ਜੂਝ ਰਿਹਾ। ਇਸ ਵਕਤ ਜਦੋਂ ਵੱਡੇ ਬਾਦਲ ਸਾਹਿਬ ਦੀ ਮੌਤ ਹੋ ਗਈ ਆ ਤਾਂ 15 ਦਿਨ ਬਾਅਦ ਜਲੰਧਰ ਦੇ ਵਿੱਚ ਉਪ ਚੋਣ ਆ। ਇਹਦੇ ਵਿੱਚ ਲੋਕ ਆ ਜਿਹੜੇ ਖਾਸ ਕਰਕੇ ਪੰਥਕ ਵੋਟਾਂ ਉਹ ਕੀ ਫੈਸਲਾ ਕਰਦੀ ਆ, ਇਹ ਵੀ ਆਉਣ ਵਾਲਾ ਵਕਤ ਬਿਆਨ ਕਰੂਗਾ।
ਪਰ ਵੱਡੇ ਬਾਦਲ ਸਾਹਿਬ ਦੇ ਤੁਰ ਜਾਣ ਤੋਂ ਬਾਅਦ ਭਾਵੇਂ ਕੋਈ ਵਿਚਾਰਧਾਰਕ ਤੌਰ ਦੇ ਉੱਤੇ ਮਤਭੇਦ ਰੱਖਦਾ ਹੋਵੇ ਤੇ ਮਹਾ ਮਤਭੇਦ ਰੱਖਦਾ ਹੋਵੇ, ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੀ ਇਹ ਗੱਲ ਕਹੀ ਆ ਕਿ ਮਾੜਾ ਹੋਇਆ। ਪਿਛਲੇ ਕਈ ਦਿਨਾਂ ਤੋਂ ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਸੀਗੇ। ਉਹਨਾਂ ਨੂੰ ਕਦੇ ਇਹ ਲੱਗਦਾ ਸੀਗਾ ਜੀ ਕਿ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ, ਡਾਕਟਰਾਂ ਨੂੰ ਲੱਗਦਾ ਸੀ ਕਦੇ ਵਿਗਾੜ ਹੋ ਰਿਹਾ। ਵਿੱਚ ਵਿਚਾਲੇ ਖਬਰ ਇਹ ਆਈ ਸੀ ਕਿ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਸੀ, ਪਰ ਹੁਣ ਉਹ ਤੰਦਰੁਸਤੀ ਦੇ ਵੱਲ ਵਧ ਰਹੇ ਆ। ਉਹਨਾਂ ਨੂੰ ICU ਦੇ ਵਿੱਚੋਂ ਪ੍ਰਾਈਵੇਟ ਵਾਰਡ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਣਾ। ਫਿਰ ਖਬਰ ਆਈ ਕਿ ਸਿਹਤ ਉਨੀ ਸਾਜ਼ਗਾਰ ਨਹੀਂ, ਉਹ ICU ਦੇ ਵਿੱਚ ਹੀ ਰੱਖੇ ਜਾਣਗੇ। ਫਿਰ ਖਬਰ ਆਈ ਜੀ ਕਿ ਉਹ ਆਉਂਦੇ ਸਮੇਂ ਦੇ ਵਿੱਚ ਤਾਂ ਵਾਰਡ ਦੇ ਵਿੱਚ, ਜਨਰਲ ਵਾਰਡ ਦੇ ਵਿੱਚ ਸ਼ਿਫਟ ਕੀਤੇ ਜਾਣਗੇ ਜੇਕਰ ਉਹਨਾਂ ਦੀ ਸਿਹਤ ਟਿਕਾ ਦੇ ਵਿੱਚ ਆਊਗੀ। ਪਰ ਉਹਨਾਂ ਦੀ ਮੌਤ ਹੋ ਗਈ ਆ। ਉਹਨਾਂ ਦੀ ਮੌਤ ਤੋਂ ਬਾਅਦ ਅਕਾਲੀ ਦਲ ਤੇ ਬਾਕੀ ਉਹਨਾਂ ਦੇ ਜਿਹੜੇ ਸੱਜਣ ਪਿਆਰੇ ਆ, ਪਰਿਵਾਰਕ ਮੈਂਬਰ, ਉਹ ਝੱਬੇ ਗਏ ਆ। ਅਕਾਲੀ ਦਲ ਦੇ ਵਿੱਚ ਇੱਕ ਬਹੁਤ ਵੱਡਾ ਘਾਟਾ ਪੈਦਾ ਹੋ ਗਿਆ। ਸਰਪ੍ਰਸਤ ਗਏ ਆ ਜਿਨ੍ਹਾਂ ਨੇ ਕਿ ਬਹੁਤ ਲੰਮਾ ਸਮਾਂ ਦੁਨੀਆਦਾਰੀ ਵੇਖੀ ਆ, ਜਿਨ੍ਹਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਜੁੜੀਆਂ ਰਹੀਆਂ, ਜਿਨ੍ਹਾਂ ਦੇ ਨਾਲ ਬੇਸ਼ੱਕ ਵਿਰੋਧੀ ਵੀ ਆ ਜਿਹੜੇ, ਉਹ ਕਈ ਵਾਰ ਇਹ ਗੱਲ ਕਹਿੰਦੇ ਵੀ ਯਾਰ ਇਹਨਾਂ ਦੇ ਕੋਲੋਂ ਆਹ ਤਾਂ ਗੱਲ ਸਿੱਖਣੀ ਬਣਦੀ ਸੀ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸੰਖੇਪ ਦੇ ਵਿੱਚ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 95 ਸਾਲ ਦੀ ਉਮਰ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ। ਜੂਨ 2022 ਦੇ ਵਿੱਚ ਛਾਤੀ ਦੇ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਸੀ ਹਸਪਤਾਲ ਦੇ ਵਿੱਚ। ਕੁਝ ਸਮੇਂ ਬਾਅਦ ਉਹਨਾਂ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਗਈ। ਸਤੰਬਰ 2022 ਦੇ ਵਿੱਚ ਫਿਰ ਸਿਹਤ ਵਿਗੜਨ ਤੋਂ ਬਾਅਦ ਉਹਨਾਂ ਨੂੰ PGI ਚੰਡੀਗੜ੍ਹ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ। 2022 ਦੇ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹਾਰ ਗਏ ਸਨ। ਉਹਨਾਂ ਦੇ ਰਾਜਨੀਤਿਕ ਕੈਰੀਅਰ ਦੀ ਇਹ ਪਹਿਲੀ ਹਾਰ ਸੀ। ਵੱਧ ਉਮਰ ਦੇ ਕਰਕੇ ਉਹ ਚੋਣ ਨਹੀਂ ਸੀ ਲੜਨਾ ਚਾਹੁੰਦੇ, ਪਰ ਪੁੱਤ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਮੰਦੜੀ ਸਥਿਤੀ ਨੂੰ ਵੇਖਦੇ ਹੋਏ ਪ੍ਰਕਾਸ਼ ਸਿੰਘ ਬਾਦਲ ਚੋਣ ਮੈਦਾਨ ਦੇ ਵਿੱਚ ਉਤਰੇ ਸਨ। ਵੱਡੇ ਬਾਦਲ ਸਾਹਿਬ ਨੇ 1947 ਦੇ ਵਿੱਚ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ ਤੇ ਸਰਪੰਚੀ ਦੀ ਪਹਿਲਾਂ ਚੋਣ ਲੜੀ ਤੇ ਜਿੱਤ ਹਾਸਲ ਕੀਤੀ। ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ। ਪੰਜਾਬ ਦੇ 18 ਸਾਲ 340 ਦਿਨ ਮੁੱਖ ਮੰਤਰੀ ਰਹੇ ਨੇ। ਪਹਿਲੀ ਵਾਰ ਉਹ 27 ਮਾਰਚ 1970 ਤੋਂ ਲੈ ਕੇ 14 ਜੂਨ 1971 ਤੱਕ, ਯਾਨੀ ਕਿ 1 ਸਾਲ ਤੇ 79 ਦਿਨ ਮੁੱਖ ਮੰਤਰੀ ਰਹੇ। ਦੂਜੀ ਵਾਰ ਪ੍ਰਕਾਸ਼ ਸਿੰਘ ਬਾਦਲ 29 ਜੂਨ 1979 ਤੋਂ ਲੈ ਕੇ 17 ਫਰਵਰੀ 1980 ਤੱਕ, ਯਾਨੀ ਕਿ 2 ਸਾਲ 242 ਦਿਨ ਮੁੱਖ ਮੰਤਰੀ ਰਹੇ। ਤੀਜੀ ਵਾਰ 12 ਫਰਵਰੀ 1997 ਤੋਂ 26 ਫਰਵਰੀ 2002 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਚੌਥੀ ਵਾਰ 1 ਮਾਰਚ 2007 ਤੋਂ 15 ਮਾਰਚ 2012 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਤੇ ਪੰਜਵੀਂ ਵਾਰ 16 ਮਾਰਚ 2012 ਤੋਂ 16 ਮਾਰਚ 2017 ਤੱਕ ਮੁੱਖ ਮੰਤਰੀ ਰਹੇ। ਚੌਥਾ ਤੇ ਪੰਜਵਾਂ ਕਾਰਜਕਾਲ ਮਿਲਾ ਕੇ ਲਗਾਤਾਰ ਉਹ 10 ਸਾਲ ਤੇ 15 ਦਿਨ ਪੰਜਾਬ ਦੇ ਮੁੱਖ ਮੰਤਰੀ ਰਹੇ, ਜੋ ਕਿ ਪੰਜਾਬ ਦੇ ਵਿੱਚ ਇੱਕ ਰਿਕਾਰਡ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਤੁਰ ਸਭ ਨੇ ਜਾਣਾ, ਅਸੀਂ ਵੀ, ਤੁਸੀਂ ਵੀ, ਵੱਡੇ ਬਾਦਲ ਸਾਹਿਬ ਵੀ ਨਹੀਂ ਰਹੇ ਤੇ ਬਾਕੀਆਂ ਨੇ ਵੀ ਨਹੀਂ ਰਹਿਣਾ। ਪਰ ਗੱਲ ਇਹ ਵੀ ਜਦੋਂ ਬੰਦਾ ਕੋਈ ਤੁਰ ਜਾਂਦਾ, ਉਹਦੇ ਵੱਲੋਂ ਕੀਤੇ ਗਏ ਕੁਝ ਚੰਗੇ ਤੇ ਕੁਝ ਕੁ ਹੋਏ ਉਹਨਾਂ ਦੇ ਕੋਲੋਂ ਗਲਤ ਫੈਸਲਿਆਂ ਦੇ ਉੱਤੇ ਲੋਕ ਚਰਚਾ ਜ਼ਰੂਰ ਕਰਦੇ ਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਮੇਂ-ਸਮੇਂ ਦੇ ਉੱਤੇ ਇਸ ਗੱਲ ਦੇ ਦੋਸ਼ ਵੀ ਲੱਗਦੇ ਰਹੇ ਕਿ ਵੱਡੇ ਬਾਦਲ ਸਾਹਿਬ ਦੇ ਵੱਲੋਂ ਫਲਾਣੀਆਂ ਸ਼ਖਸੀਅਤਾਂ ਦਾ ਕੱਦ ਬਹੁਤ ਵੱਡਾ ਨਹੀਂ ਹੋਣ ਦਿੱਤਾ ਗਿਆ। ਵਿਰੋਧੀ ਪਾਰਟੀਆਂ ਗੱਲ ਕਹਿਣੀਆਂ, ਪਰ ਇਹਦਾ ਦੂਜਾ ਪਾਸਾ ਇਹ ਵੀ ਆ ਕਿ ਉਹ ਸ਼ਖਸੀਅਤਾਂ ਜਦੋਂ ਅਕਾਲੀ ਦਲ ਤੋਂ ਪਰੇ ਹੋ ਗਈਆਂ, ਵੱਡੇ ਬਾਦਲ ਸਾਹਿਬ ਨੂੰ ਛੱਡ ਕੇ ਪਰੇ ਹੋ ਗਈਆਂ, ਤਾਂ ਉਹਨਾਂ ਦਾ ਕੱਦ ਪਹਿਲਾਂ ਵਾਲਾ ਵੀ ਨਹੀਂ ਰਿਹਾ। ਉਹ ਫਿਰ ਵੀ ਉਸ ਥਾਂ ਦੇ ਉੱਤੇ ਟਿਕਾਊ ਨਹੀਂ ਬਣ ਸਕੀਆਂ, ਜਾਂ ਉਹਨਾਂ ਦਾ ਕੱਦ ਵੱਡਾ ਤਾਂ ਛੱਡੋ, ਜਿੰਨਾ ਕੁ ਉਹ ਛੱਡ ਕੇ ਆਈਆਂ ਸੀ, ਜਿੰਨਾ ਕੱਦ ਉਹ ਲੈ ਕੇ ਆਈਆਂ ਸੀ ਵੀ ਇੰਨਾ ਕੁ ਤਾਂ ਹੈਗਾ, ਉਸ ਤੋਂ ਬਾਅਦ ਉਹ ਵੀ ਥੱਲੇ ਨੂੰ ਆਇਆ। ਉਹ ਕੋਈ ਬਹੁਤ ਵੱਡਾ ਮਾਰਕਾ ਮਾਰ ਨਹੀਂ ਸਕੀਆਂ, ਇਹ ਵੀ ਗੱਲ ਸੱਚੀ ਹੈ। ਪਰ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਕਿ ਵੱਡੇ ਬਾਦਲ ਸਾਹਿਬ ਦਾ ਚੋਣ ਲੜਨ ਦਾ ਫੈਸਲਾ ਜਾਂ ਉਹਨਾਂ ਨੂੰ ਚੋਣ ਲੜਵਾਉਣ ਦਾ ਫੈਸਲਾ 2022 ਦੇ ਵਿੱਚ ਬਹੁਤ ਹੀ ਵੱਡੀ ਗਲਤੀ ਸੀ। ਇਹ ਗਲਤੀ ਬਾਕੀ ਲੋਕ ਤਾਂ ਪੰਜਾਬ ਦੇ ਮੰਨਦੇ ਹੀ ਆ ਵੀ ਭਾਈ ਗਲਤੀ ਕੀਤੀ ਗਈ ਅਕਾਲੀ ਦਲ ਦੇ ਵੱਲੋਂ। ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਇੱਕ ਦਿਨ ਮੰਚ ਦੇ ਉੱਤੇ ਖੜ ਕੇ ਲੋਕਾਂ ਦੀ ਹਾਜ਼ਰੀ ਦੇ ਵਿੱਚ ਇਹ ਗੱਲ ਕਬੂਲੀ ਗਈ ਹੈ। ਉਹਨਾਂ ਨੇ ਗੱਲ ਕਹੀ ਕਿ ਸਾਡੇ ਕੋਲ ਬਹੁਤ ਸਾਰੀਆਂ ਗਲਤੀਆਂ ਹੋ ਸਕਦੀਆਂ, ਮੈਂ ਵੀ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਹੋ ਸਕਦੀਆਂ, ਪਰ ਵੱਡੇ ਬਾਦਲ ਸਾਹਿਬ ਨੇ ਬਹੁਤ ਸਾਰੇ ਕੰਮ ਕੀਤੇ। ਲੋਕਾਂ ਨੂੰ ਚਾਹੀਦਾ ਨਹੀਂ ਸੀ ਕਿ ਉਹ ਹਰਾ ਦੇਣ, ਤੇ ਸਾਡੀ ਸਭ ਤੋਂ ਵੱਡੀ ਗਲਤੀ ਸੀ ਕਿ ਅਸੀਂ ਉਹਨਾਂ ਨੂੰ ਚੋਣ ਲੜਨ ਵਾਸਤੇ ਮਨਾਇਆ ਤੇ ਅਸੀਂ ਉਹਨਾਂ ਨੂੰ ਟਿਕਟ ਦਿੱਤੀ, ਜਾਂ ਕਹੀਏ ਵੀ ਭਾਈ ਉਹਨਾਂ ਨੂੰ ਬੇਨਤੀ ਕੀਤੀ ਕਿ ਭਾਈ ਤੁਸੀਂ ਚੋਣ ਲੜਨੀ ਲੰਬੀ ਤੋਂ। ਉਹਨਾਂ ਨੇ ਲੜੀ ਤੇ ਉਹ ਹਾਰ ਗਏ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦਾ ਬਹੁਤ ਵੱਡਾ ਸਤਿਕਾਰਯੋਗ ਨਾਂ ਪੰਜਾਬ ਦੀ ਰਾਜਨੀਤੀ ਵਿੱਚ ਰਿਹਾ। ਉਹਨਾਂ ਦੇ ਪੁੱਤ ਗੁਰਮੀਤ ਸਿੰਘ ਖੁੱਡੀਆਂ ਦੇ ਕਿਰਦਾਰ ਦੇ ਉੱਤੇ ਵੀ ਕਦੇ ਕੋਈ ਸਵਾਲ ਨਹੀਂ ਖੜਾ ਹੋਇਆ। ਉਹ ਵੀ ਦੁੱਧ ਧੋਤੇ ਕਿਰਦਾਰ ਦੇ ਮਾਲਕ ਆ। ਹਾਲੇ ਤੱਕ ਉਹਨਾਂ ਨੇ ਵੱਡੇ ਬਾਦਲ ਸਾਹਿਬ ਨੂੰ ਹਰਾਇਆ, ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੇ। ਸੋ ਹਰਾਇਆ ਭਾਵੇਂ ਉਹਨਾਂ ਨੇ ਆ, ਪਰ ਇਹ ਗੱਲ ਜ਼ਰੂਰ ਆ ਕਿ ਵੱਡੇ ਬਾਦਲ ਸਾਹਿਬ ਦੇ ਮਨ ਦੇ ਉੱਤੇ ਇੱਕ ਸੱਟ ਤਾਂ ਵੱਜੀ ਆ। ਭਾਵੇਂ ਕੋਈ ਮੰਨੇ ਜਾਂ ਨਾ ਮੰਨੇ, ਪਰ ਸੱਟ ਤਾਂ ਇਸ ਗੱਲ ਦੀ ਵੱਜੀ ਸੀ। ਤੇ ਅਕਾਲੀ ਦਲ ਨੂੰ ਵੀ ਇਸ ਗੱਲ ਦਾ ਅਹਿਸਾਸ ਬਾਅਦ ਦੇ ਵਿੱਚ ਹੋਇਆ, ਕਿਉਂਕਿ ਉਸ ਵੇਲੇ ਅਕਾਲੀ ਦਲ ਇੰਨੀ ਕੁ ਕਸੂਤੀ ਸਥਿਤੀ ਵਿੱਚ ਘਿਰਿਆ ਸੀ ਕਿ ਲੰਬੀ ਦੇ ਵਿੱਚ ਕੋਈ ਹੋਰ ਬ੍ਰਾਂਡ ਨਜ਼ਰ ਹੀ ਨਹੀਂ ਸੀ ਆਉਂਦਾ। ਇਸ ਕਰਕੇ ਵੱਡੇ ਬਾਦਲ ਸਾਹਿਬ ਦੇ ਉੱਤੇ ਟਿਕਟ ਦਾ ਗੁਣਾ ਪਿਆ।
ਉਹਨਾਂ ਨੂੰ ਚੋਣ ਲੜਾਈ ਗਈ, ਪਰ ਇਹ ਗੱਲ ਉਹਨਾਂ ਦੇ ਲਈ ਨੁਕਸਾਨਦਾਇਕ ਸਾਬਤ ਹੋਈ ਹੈ। ਅਗਲੀ ਗੱਲ ਇਹ ਹੈ ਕਿ ਉਹਨਾਂ ਨੇ ਜਾਣ ਤੋਂ ਬਾਅਦ ਪਾਰਟੀ ਦੁਖੀ ਹੈ। ਉਹਨਾਂ ਨੇ ਜਾਣ ਤੋਂ ਬਾਅਦ ਚੋਣਾਂ ਦੇ ਵਿੱਚ ਕਿਹੋ ਜਿਹਾ ਮਾਹੌਲ ਬਣਿਆ ਕਰੂਗਾ, ਉਹਨਾਂ ਦੇ ਜਾਣ ਤੋਂ ਬਾਅਦ ਰੁੱਸਿਆਂ ਨੂੰ ਮਨਾਉਣ ਦੀ ਪ੍ਰਕਿਰਿਆ ਕਿਵੇਂ ਸ਼ੁਰੂ ਹੋਊਗੀ, ਉਹਨਾਂ ਦੇ ਜਾਣ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਪਲੋਸ ਕੇ ਸਾਰਿਆਂ ਨੂੰ ਨਾਲ ਤੋਰਨ ਦੀ ਕੋਸ਼ਿਸ਼ ਕੀਤੀ ਜਾਊਗੀ, ਜੁਗਤ ਘੜੀ ਜਾਊਗੀ। ਇਹ ਸੁਖਬੀਰ ਸਿੰਘ ਬਾਦਲ ਦੇ ਉੱਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆਉਣ ਵਾਲੇ ਸਮੇਂ ਦੇ ਵਿੱਚ ਹੋਊਗੀ। ਦੇਖਦੇ ਹਾਂ ਕਿ ਅਕਾਲੀ ਦਲ ਕਿਸ ਤਰੀਕੇ ਨਾਲ ਪੈਰਾਂ ਸਿਰ ਹੁੰਦਾ, ਪਰ ਵੱਡੇ ਬਾਦਲ ਸਾਹਿਬ ਦੇ ਜਾਣ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਦੇਸ਼ ਦੇ ਤੇ ਦੁਨੀਆ ਦੇ ਵੱਖ-ਵੱਖ ਨੇਤਾਵਾਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਬੇਅਦਬੀ ਮੋਰਿੰਡਾ ਖੇਤਰ ਦੇ ਵਿੱਚ ਹੋਈ, ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ ਦੁੱਖ ਬਹੁਤ ਹੋਇਆ। ਦੁੱਖ ਹੋਣਾ ਕੁਦਰਤੀ ਵੀ ਹੈ, ਕਿਉਂਕਿ ਅਸੀਂ ਸਾਰੇ ਗੁਰੂ ਦੀ ਰਜ਼ਾ ਦੇ ਵਿੱਚ ਚੱਲਣ ਵਾਲੇ ਲੋਕ ਆ। ਅਸੀਂ ਸਾਰੇ ਗੁਰੂ ਦੇ ਵਿੱਚ ਸਤਿਕਾਰ ਰੱਖਣ ਵਾਲੇ ਲੋਕ ਆ, ਗੁਰੂ ਦਾ ਸਤਿਕਾਰ ਕਰਨ ਵਾਲੇ ਲੋਕ ਆ, ਆਸਥਾ ਰੱਖਣ ਵਾਲੇ ਲੋਕ ਆ। ਪਰ ਰਾਜਨੀਤਿਕ ਲੋਕਾਂ ਨੇ ਜਿਹੜੀ ਕੜੀ ਘੋਲਣੀ ਸ਼ੁਰੂ ਕੀਤੀ ਆ, ਮੈਨੂੰ ਦੁੱਖ ਬਹੁਤ ਨਿੱਜੀ ਤੌਰ ਤੇ ਹੋਇਆ। ਇਉਂ ਲੱਗਦਾ ਵੀ ਰਾਜਨੀਤਿਕ ਲੋਕਾਂ ਦੇ ਲਈ ਇਹ ਇੱਕ ਤਪਿਆ ਹੋਇਆ ਤੰਦੂਰ ਆ। ਕੋਈ ਪਾਰਟੀ ਕਹਿੰਦੀ ਵੀ ਮੈਂ 2 ਪਰੌਂਠੇ ਸੇਕ ਲਾਂ ਇਹਦੇ ਵਿੱਚ, ਕੋਈ ਪਾਰਟੀ ਕਹਿੰਦੀ ਵੀ ਪਰੌਂਠੇ ਮੈਂ ਵੀ 2 ਲਾ ਲਾਂ, ਕੋਈ ਕਹਿੰਦਾ ਨਾਨ ਮੈਂ 2 ਲਾ ਲਾਂ, ਕੋਈ ਕਹਿੰਦਾ ਜੀ ਕਿ ਮੈਂ ਕਿਹੜਾ ਘੱਟ ਆ, ਮੈਂ ਵੀ ਕੋਈ ਨਾ ਕੋਈ ਰੋਟੀ ਸੇਕ ਲਾਂ ਇਹਦੇ ਵਿੱਚ। ਸਾਰੇ ਰੋਟੀਆਂ ਸੇਕਣ ਲੱਗੇ ਆ। ਇਹ ਸੰਵੇਦਨਸ਼ੀਲ ਮੁੱਦਾ, ਇਹ ਗੰਭੀਰ ਮੁੱਦਾ, ਇਹ ਜਜ਼ਬਾਤੀ ਮੁੱਦਾ ਤੇ ਇਹ ਇੱਕ ਨਾਜ਼ੁਕ ਮੁੱਦਾ। ਇਹਦੇ ਉੱਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ, ਜਿਹੜੀ ਕਿ ਕੀਤੀ ਜਾ ਰਹੀ ਹੈ। ਦੁੱਖ ਇਸ ਗੱਲ ਦਾ ਹੁੰਦਾ ਕਿ ਅਸੀਂ ਬੀਤੇ ਤੋਂ ਸਬਕ ਨਹੀਂ ਸਿੱਖਿਆ। ਦੁੱਖ ਇਸ ਗੱਲ ਦਾ ਹੁੰਦਾ ਵੀ ਸਾਡੇ ਵਿੱਚੋਂ ਵੀ ਕਈ ਐਸੇ ਹਨ ਜਿਹੜੇ ਕਿ ਡੱਡੂਆਂ ਦੀ ਪੰਸੇਰੀ ਵਰਗੇ ਆ। ਜਿਵੇਂ ਸਿਆਣੇ ਇਹ ਗੱਲ ਕਹਿੰਦੇ ਵੀ 5 ਕਿਲੋ ਯਾਨੀ ਕਿ ਪੰਸੇਰੀ ਡੱਡੂ ਤੋਲੇ ਨਹੀਂ ਜਾ ਸਕਦੇ ਤਕੜੀ ਦੇ ਵਿੱਚ। ਜਦੋਂ ਤੱਕ ਉਹ 5 ਕਿਲੋ ਹੋਣ ਲੱਗਦੇ, 2 ਜਾਣੇ ਵਿੱਚੋਂ ਛਾਲਾ ਮਾਰ ਜਾਂਦੇ ਆ, ਉਹ ਫੇਰ ਪੌਣੇ 5 ਰਹਿ ਜਾਂਦੇ ਆ। ਜਦੋਂ ਉਹ ਚੱਕ ਕੇ ਰੱਖੀ ਦੇ ਵਿੱਚ 2 ਜਾਣੇ 3 ਜਾਣੇ ਹੋਰ ਛਾਲਾ ਮਾਰ ਜਾਂਦੇ, ਇਸ ਕਰਕੇ ਉਹ ਫੇਰ ਪੌਣੇ 5 ਕਿਲੋ ਰਹਿ ਜਾਂਦੇ। ਪੰਸੇਰੀ ਡੱਡੂਆਂ ਦੀ ਤੋਲਣੀ ਬੜਾ ਔਖਾ ਕੰਮ ਆ। ਤੇ ਸਾਡੇ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਕਿਸੇ ਇੱਕ ਮੁੱਦੇ ਦੇ ਉੱਤੇ ਤੇ ਇੱਕ ਪਾਸੇ ਨੂੰ ਮੂੰਹ ਕਰਨਾ, ਇਹ ਵੀ ਇੱਕ ਬਹੁਤ ਵੱਡਾ ਤੇ ਔਖਾ ਕੰਮ ਆ। ਸਾਡੇ ਆਪਣੇ ਵੀ ਓਨੇ ਚੰਗੇ ਨਹੀਂ ਕਈ ਜਿੰਨੇ ਕਿ ਅਸੀਂ ਕਈ ਵਾਰੀ ਵਧਾ ਚੜਾ ਕੇ ਪੇਸ਼ ਕਰਦੇ ਵੀ ਨਹੀਂ, ਸਾਡੇ ਵਿੱਚ ਤਾਂ ਗਲਤੀ ਕੋਈ ਨਹੀਂ। ਇਹ ਗੱਲ ਬਹੁਤ ਵੱਡੀ ਗਲਤੀ ਆ ਕਿ ਅਸੀਂ ਇਸ ਗੱਲ ਨੂੰ ਮੰਨਦੇ ਹੀ ਨਹੀਂ ਕਿ ਸਾਡੇ ਵਿੱਚੋਂ ਵੀ ਕਈ ਲੋਕ ਗਲਤ ਹਨ, ਤੇ ਅਸੀਂ ਉਹਨਾਂ ਗਲਤ ਲੋਕਾਂ ਨੂੰ ਸਮੇਂ-ਸਮੇਂ ਦੇ ਉੱਤੇ ਕਈ ਵਾਰ ਪਿਆਰ ਸਤਿਕਾਰ ਇਹੋ ਜਿਹਾ ਦਿੰਦੇ ਰਹੇ ਆ ਜਿਹੜੇ ਦਾ ਉਹ ਹੱਕਦਾਰ ਨਹੀਂ। ਹੁਣ ਦੇਖੋ, ਮਾਨਸਿਕ ਰੋਗੀ ਵੀ ਸਾਰੇ ਦੇ ਸਾਰੇ ਸਾਨੂੰ ਹੀ ਟੱਕਰਨੇ ਆ। ਮਾਨਸਿਕ ਰੋਗੀ ਕਈ ਤਾਂ ਕੂੜ ਪ੍ਰਚਾਰ ਕਰਨ ਵਾਲੇ ਆ, ਕਈ ਗਾਲਾਂ ਕੱਢਣ ਵਾਲੇ ਵੀ ਆ, ਕਈ ਮਾਨਸਿਕ ਰੋਗੀ ਬੇਅਦਬੀਆਂ ਵਾਲੇ ਆ। ਹੈਰਾਨੀ ਇਸ ਗੱਲ ਦੀ ਹੁੰਦੀ ਆ, ਕਹਿੰਦੇ ਵੀ ਜਸਵੀਰ ਸਿੰਘ ਜੱਸੀ ਆ ਇਹ, ਜਿਹਦੇ ਵੱਲੋਂ ਬੇਅਦਬੀ ਕੀਤੀ ਗਈ ਆ, ਕਹਿੰਦੇ ਮਾਨਸਿਕ ਰੋਗੀ ਆ। ਲੋਕਾਂ ਨੇ ਗੁੱਸੇ ਦੇ ਵਿੱਚ ਆ ਕੇ ਉਹਦੇ ਵੱਲੋਂ ਕੀਤੀ ਗਈ ਇਸ ਕਰਤੂਤ ਤੋਂ ਬਾਅਦ ਉਹਦੇ ਘਰ ਦੇ ਉੱਤੇ ਹਮਲਾ ਕੀਤਾ, ਭੰਨ ਤੋੜ ਕਰਤੀ, ਟੱਬਰ ਸਾਰਾ ਕਿਤੇ ਚਲਾ ਗਿਆ, ਘਰ ਨੂੰ ਤਾਲਾ ਲਾਤਾ। ਲੋਕ ਲੰਘੇ ਕੱਲ ਪੁਲਿਸ ਥਾਣੇ ਦੇ ਮੂਹਰੇ ਬਹਿ ਗਏ ਧਰਨਾ ਲਾ ਕੇ। ਰਾਜਨੀਤਿਕ ਲੋਕ ਜਲੰਧਰ ਦੇ ਵਿੱਚ ਗੜਗੱਜ ਬੁਲਾਈ ਜਾਂਦੇ, ਕਹਿੰਦੇ ਵੀ ਭਾਈ ਇਸ ਤਾਂ ਐਂ ਕਰਾਂਗੇ, ਬੇਅਦਬੀ ਦੇ ਮਾਮਲੇ ਤੇ ਇਨਸਾਫ ਲੈ ਕੇ ਰਵਾਂਗੇ। ਪਰ ਗੱਲ ਇਹ ਆ ਵੀ ਅਸੀਂ ਕਹਿੰਦੇ ਵੀ ਗ੍ਰੰਥੀ ਸਿੰਘਾਂ ਨੂੰ ਇਸ ਕਰਕੇ ਕੁੱਟਤਾ ਉਹਨੇ ਆ ਕੇ ਵੀ ਭਾਈ ਉਹ ਤਾਂ ਮਾਨਸਿਕ ਰੋਗੀ ਆ, ਉਹਨੇ ਗੁਆਂਢੀ ਕਿਉਂ ਨਹੀਂ ਕੁੱਟਤਾ, ਉਹਨੇ ਆਪਦੇ ਘਰ ਦੇ ਕਿਉਂ ਨਹੀਂ ਕੁੱਟਤੇ। ਉਹ ਇੰਨੇ ਲੋਕਾਂ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਕੋਲੇ ਪਹੁੰਚਿਆ। ਗ੍ਰੰਥੀ ਸਿੰਘਾਂ ਨੇ ਕਿਉਂ ਉਹ ਮਾਰ ਰਿਹਾ, ਥੜ ਕਰਕੇ ਮਾਰ ਰਿਹਾ, ਉਹਨੇ ਕਿਸੇ ਹੋਰ ਦੇ ਕਿਉਂ ਨਾ ਮਾਰਤਾ। ਇਹ ਮਾਨਸਿਕ ਰੋਗੀ ਕਿਹੋ ਜਿਹਾ ਵੀ ਜਿਹੜਾ ਇੱਕ ਨਿਸ਼ਾਨੇ ਦੇ ਉੱਤੇ ਪਹੁੰਚ ਕੇ ਫਿਰ ਹਮਲਾ ਕਰਦਾ। ਇਹ ਇੱਕ ਡਰਾਮਾ ਪੰਜਾਬ ਦੇ ਵਿੱਚ, ਮਾਨਸਿਕ ਰੋਗੀ ਹੈ, ਉਹ ਤਾਂ ਮਾਨਸਿਕ ਰੋਗੀ ਹੈ, ਉਹ ਤਾਂ ਫਲਾਣਾ ਹੈ। ਇਹ ਬਚਣ ਦਾ ਇੱਕ ਤਰੀਕਾ। ਦੁੱਖ ਦੇਖੋ ਕਿਸ ਗੱਲ ਦਾ ਹੋਣਾ ਚਾਹੀਦਾ ਵੀ ਭਾਈ ਬੇਅਦਬੀ ਕਿਉਂ ਹੋਈ, ਤੇ ਦੁੱਖ ਕਿਸ ਗੱਲ ਦਾ ਹੋ ਰਿਹਾ ਕਿ ਭਾਈ ਇਹ ਬੰਦਾ ਫਲਾਣੀ ਪਾਰਟੀ ਦਾ, ਦੂਜੀ ਧਿਰ ਕਹਿੰਦੀ ਇਹਨਾਂ ਨੇ ਫਲਾਣੀ ਪਾਰਟੀ ਦਾ। ਇੱਕ ਸਿਆਸੀ ਧਿਰ ਦੇ ਵੱਲੋਂ ਕਾਂਗਰਸ ਦਾ ਪਰਨਾ ਇਸ ਬੰਦੇ ਦੇ ਗਲ ਦੇ ਵਿੱਚ ਪਾ ਕੇ ਜੱਸੀ ਦੇ, ਤੇ ਇਹ ਗੱਲ ਕਹੀ ਗਈ ਆ ਕਿ ਤਾਂ ਕਾਂਗਰਸ ਦਾ ਬੰਦਾ। ਇੱਕ ਪਾਰਟੀ ਨੇ ਆਮ ਆਦਮੀ ਪਾਰਟੀ ਦਾ ਪਰਨਾ ਐਡਿਟ ਕਰਕੇ ਉਹਦੇ ਗਲ ਦੇ ਵਿੱਚ ਪਾਇਆ, ਕਹਿੰਦੇ ਜੀ ਇਹ ਤਾਂ ਆਪ ਦਾ ਬੰਦਾ। ਮੁੱਦਾ ਕਿੰਨਾ ਨਾਜ਼ੁਕ ਆ ਤੇ ਆਪਾਂ ਪਖੰਡ ਕਿਹੋ ਜਿਹੇ ਕਰਦੇ ਆ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਸਾਂਝਾ ਕਰਦੇ ਆ ਤੇ ਫਿਰ ਕਰਾਂਗੇ ਟਿੱਪਣੀ। ਰੂਪਨਗਰ ਜ਼ਿਲ੍ਹੇ ਦੇ ਮੋਰਿੰਡਾ ਦੇ ਵਿੱਚ ਕੋਤਵਾਲੀ ਸਾਹਿਬ ਗੁਰਦੁਆਰੇ ਦੇ ਵਿੱਚ ਬੇਅਦਬੀ ਦਾ ਮਾਮਲਾ ਗਰਮਾਉਂਦਾ ਜਾ ਰਿਹਾ। ਇਲਾਕੇ ਦੇ ਵਿੱਚ ਮਾਹੌਲ ਤਣਾਅਪੂਰਨ ਹੈ। ਬੇਅਦਬੀ ਦੀ ਘਟਨਾ ਨੂੰ 24 ਘੰਟੇ ਤੋਂ ਵੱਧ ਦਾ ਸਮਾਂ ਬੀਤਿਆ ਤੇ ਸ਼ਹਿਰ ਦੇ ਛੋਟੇ ਵੱਡੇ ਸਾਰੇ ਬਾਜ਼ਾਰ ਬੰਦ ਸਨ। ਸਥਿਤੀ ਨੂੰ ਸੰਭਾਲਣ ਵਾਸਤੇ ਪੂਰੇ ਜ਼ਿਲ੍ਹੇ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਪੁਲਿਸ ਫੋਰਸ ਤਾਇਨਾਤ ਕੀਤੀ ਜਾ ਚੁੱਕੀ ਹੈ। ਦੋਸ਼ੀ ਦੇ ਖਿਲਾਫ ਕਾਰਵਾਈ ਦੇ ਲਈ ਸਿੱਖ ਸੰਗਤ ਪੁਲਿਸ ਥਾਣੇ ਦੇ ਬਾਹਰ ਬੈਠੀ ਹੈ। ਵਿਰੋਧ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਸਬੰਧਤ ਵਿਅਕਤੀ ਦੇ ਘਰ ਦੇ ਵਿੱਚ ਭੰਨ ਤੋੜ ਵੀ ਕੀਤੀ ਗਈ ਹੈ। ਇਸ ਬੰਦੇ ਦਾ ਪਰਿਵਾਰ ਫਰਾਰ ਹੈ। ਸਿੱਖ ਸੰਗਤ ਇਸ ਬੰਦੇ ਨੂੰ ਉਹਨਾਂ ਦੇ ਹਵਾਲੇ ਕਰਨ ਦੀ ਵੀ ਮੰਗ ਕਰ ਰਹੀ ਹੈ। ਦੂਜੇ ਦਿਨ ਵੀ ਸੰਗਤ ਦੇ ਵੱਲੋਂ ਰੋਸ ਦੇ ਰੂਪ ਦੇ ਵਿੱਚ ਆਵਾਜਾਈ ਠੱਪ ਕੀਤੀ ਗਈ ਹੈ। ਦੂਜੇ ਪਾਸੇ ਸੰਗਤ ਵੱਲੋਂ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਦੇ ਵਿੱਚ ਲੰਘੇ ਕੱਲ੍ਹ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਪਛਤਾਤਾਪ ਦੇ ਰੂਪ ਦੇ ਵਿੱਚ, ਪਛਤਾਵੇ ਦੇ ਰੂਪ ਦੇ ਵਿੱਚ ਅਖੰਡ ਪਾਠ ਸਾਹਿਬ ਸ਼ੁਰੂ ਕਰਵਾਏ ਗਏ। ਇਸ ਮੌਕੇ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਇਕੱਤਰ ਹੋ ਕੇ ਐਲਾਨ ਕੀਤਾ ਕਿ ਗੁਰਦੁਆਰਾ ਸਾਹਿਬ ਨੂੰ ਹੋਰ ਚੰਗੇ ਤਰੀਕੇ ਨਾਲ ਚਲਾਉਣ ਦੇ ਲਈ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।
ਇਹ ਕਮੇਟੀ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਪੂਰਨ ਤੌਰ ਦੇ ਉੱਤੇ ਲਾਗੂ ਕਰਵਾਉਣ ਦੇ ਲਈ ਕੰਮ ਕਰੇਗੀ, ਉੱਥੇ ਡੇਰਾ ਕਾਰ ਸੇਵਾ ਦੇ ਪ੍ਰਬੰਧਕਾਂ ਦੇ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਹੋਰ ਵੀ ਚੰਗੇ ਤਰੀਕੇ ਨਾਲ ਚਲਾਉਣ ਦੇ ਵਿੱਚ ਯੋਗਦਾਨ ਪਾਵੇਗੀ। ਇਸ ਕਮੇਟੀ ਦੇ ਵਿੱਚ ਸਰਦਾਰ ਹਰਦੀਪ ਸਿੰਘ, ਰਾਜਵਿੰਦਰ ਸਿੰਘ, ਰਵਿੰਦਰ ਸਿੰਘ, ਮਨਦੀਪ ਸਿੰਘ ਤੇ ਮਾਸਟਰ ਤੀਰਥ ਸਿੰਘ ਨੂੰ ਮੈਂਬਰ ਚੁਣਿਆ ਗਿਆ। ਇਸ ਮੌਕੇ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ ਨੇ ਕਿਹਾ ਕਿ 5 ਮੈਂਬਰੀ ਕਮੇਟੀ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੇਖੇਗੀ। ਕਾਨੂੰਨੀ ਤੌਰ ਦੇ ਉੱਤੇ ਇਸ ਦੀ ਦੇਖਭਾਲ ਕਰਨ ਦੇ ਲਈ ਕਮੇਟੀ ਵੀ ਬਣਾਈ ਗਈ ਹੈ। ਇਸ ਕੇਸ ਦੇ ਉੱਤੇ ਆਉਣ ਵਾਲਾ ਸਾਰਾ ਖਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤਾ ਜਾਵੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਸ ਤਰੀਕੇ ਦੇ ਨਾਲ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ ਬੇਅਦਬੀ ਹੋਈ, ਇਹ ਛੋਟੀ ਗੱਲ ਨਹੀਂ, ਇੱਕ ਬਹੁਤ ਵੱਡੀ ਗੱਲ ਆ, ਬੜੀ ਦੁਖਦਾਈ ਗੱਲ ਆ। ਮੈਂ ਇੱਕ ਨਿੱਕੀ ਜਿਹੀ ਗੱਲ ਸਾਂਝੀ ਕਰਨੀ ਚਾਹੁੰਦਾ। ਇਹ ਗੱਲ 2-2.5 ਵਰ੍ਹੇ ਪੁਰਾਣੀ ਆ। ਪੰਜਾਬ ਦੇ ਇੱਕ ਨੇਤਾ ਦੇ ਨਾਲ ਮੈਨੂੰ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਤੇ ਉਸ ਬੰਦੇ ਨੇ ਇਹ ਗੱਲ ਕਹੀ ਸੀ, ਕਹਿੰਦਾ ਬਾਈ ਜੀ ਜੋ ਬੇਅਦਬੀ ਦਾ ਮੁੱਦਾ ਨਾ, ਬਹਿਬਲ ਕਲਾਂ ਗੋਲੀ ਕਾਂਡ ਦਾ ਮੁੱਦਾ, ਬਰਗਾੜੀ ਬੇਅਦਬੀ ਵਾਲਾ ਮੁੱਦਾ, ਕੋਟਕਪੂਰਾ ਕਾਂਡ ਦਾ ਮੁੱਦਾ, ਬੁਰਜ ਜਵਾਹਰ ਸਿੰਘ ਵਾਲਾ ਮੁੱਦਾ, ਜਿਹੜਾ ਇਹਦੇ ਸਿਰ ਦੇ ਉੱਤੇ 10-12 ਚੋਣਾਂ ਲੜੀਆਂ ਤੇ ਜਿੱਤੀਆਂ ਜਾਣਗੀਆਂ। ਇਹ ਮੁੱਦਾ ਬਿਲਕੁਲ ਉਵੇਂ ਬਣਾ ਦਿੱਤਾ ਜਾਊਗਾ ਜਾਂ ਬਣ ਰਿਹਾ ਜਿਸ ਤਰੀਕੇ ਦੇ ਨਾਲ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ, ਜਿਸ ਤਰੀਕੇ ਦੇ ਨਾਲ SYL ਦਾ ਮੁੱਦਾ। ਮੈਂ ਉਹਨੂੰ ਇਹ ਗੱਲ ਕਹੀ ਕਿ ਇਉਂ ਕਿਵੇਂ ਹੋ ਸਕਦਾ, ਲੋਕ ਇੰਨੇ ਤਤਪਰ ਆ ਵੀ ਇਨਸਾਫ ਮਿਲੇ, ਇਨਸਾਫ ਮਿਲੂਗਾ ਗੱਲ ਖਤਮ ਹੋ ਜਾਣੀ ਆ। ਉਹ ਕਹਿੰਦਾ ਬਾਈ ਜੀ ਇਨਸਾਫ ਮਿਲਣਾ ਹੀ ਨਹੀਂ। ਉਹ ਕਹਿੰਦਾ ਤੁਹਾਡੇ ਸਾਹਮਣੇ ਆ ਪੰਚਾਇਤੀ ਚੋਣਾਂ, ਕੌਂਸਲ ਦੀਆਂ ਚੋਣਾਂ, ਜ਼ਿਮਨੀ ਚੋਣਾਂ, ਵਿਧਾਨ ਸਭਾ ਦੀਆਂ ਚੋਣਾਂ, ਲੋਕ ਸਭਾ ਦੀਆਂ ਚੋਣਾਂ ਇਸ ਮੁੱਦੇ ਦੇ ਆਧਾਰ ਦੇ ਉੱਤੇ ਲੜੀਆਂ ਜਾਇਆ ਕਰਨਗੀਆਂ। ਤੇ ਮੈਨੂੰ ਉਹਦੀ ਇਹ ਗੱਲ ਸੱਚ ਲੱਗਦੀ ਹੈ। ਉਹਦਾ ਕਾਰਨ ਇਹ ਕਿ ਕਈ ਚੋਣਾਂ ਇਸ ਮੁੱਦੇ ਦੇ ਉੱਤੇ ਲੜੀਆਂ, ਕਈ ਹਾਰੇ ਇਸ ਮੁੱਦੇ ਦੇ ਕਰਕੇ, ਕਈ ਜਿੱਤੇ ਇਸ ਮੁੱਦੇ ਦੇ ਕਰਕੇ। ਤੇ ਹਾਲੇ ਪਤਾ ਨਹੀਂ ਕਿ ਅਸੀਂ ਆਪਣੇ ਜਿਉਂਦੇ ਜੀ ਕਿੰਨੀਆਂ ਕੁ ਚੋਣਾਂ ਇਸ ਮੁੱਦੇ ਦੇ ਉੱਤੇ ਲੜਦੀਆਂ ਦੇਖਾਂਗੇ ਰਾਜਨੀਤਿਕ ਪਾਰਟੀਆਂ। ਸਮਾਂ ਦੱਸੂਗਾ ਵੀ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਕਿਹੜਾ ਆਉਂਦਾ। ਪਰ ਗੱਲ ਇਹ ਆ ਵੀ ਬੇਅਦਬੀ ਕਿਸੇ ਵੀ ਧਰਮ ਗ੍ਰੰਥ ਦੀ ਹੋਣੀ ਨਹੀਂ ਚਾਹੀਦੀ ਤੇ ਦਿਲ ਦੇ ਵਿੱਚ ਤਾਂ ਸਤਿਕਾਰ ਚਾਹੀਦਾ ਹੀ ਚਾਹੀਦਾ। ਅਸੀਂ ਕਦੇ ਨਾ ਕਦੇ ਗੁਰੂ ਗ੍ਰੰਥ ਸਾਹਿਬ ਤੇ ਬਾਕੀ ਧਰਮ ਗ੍ਰੰਥਾਂ ਦੇ ਕਹੇ ਮੁਤਾਬਕ ਜ਼ਿੰਦਗੀ ਚਲਾਉਣ ਦਾ ਵੱਲ ਵੀ ਸਿੱਖ ਗਏ। ਕੱਲਾ ਸਤਿਕਾਰ ਤਾਂ ਠੀਕ ਆ, ਕੱਲੇ ਸਤਿਕਾਰ ਤੋਂ ਅਗਲੀ ਗੱਲ ਵੀ ਕਦੇ ਕਰ ਗਏ। ਅਸੀਂ ਮਾੜਾ ਜਿਹਾ ਪੜ੍ਹ ਗਏ ਵੀ, ਉਹਦੇ ਵਿੱਚ ਲਿਖਿਆ ਕੋਈ ਸਮਝ ਗਏ ਵੀ ਤੇ ਜ਼ਿੰਦਗੀ ਦੇ ਵਿੱਚ ਲਾਗੂ ਵੀ ਕਰ ਗਏ। ਅਸੀਂ ਇਸ ਪਾਸੇ ਤਾਂ ਕੋਰੇ ਆ। ਆਪੋ ਆਪਣਾ ਐਨਾਲਿਸਿਸ, ਆਪੋ ਆਪਣਾ ਚਿੰਤਨ ਕਰਕੇ ਦੇਖ ਲਓ ਕਿ ਆਪਾਂ ਕਿੱਥੇ ਜੇ ਖੜੇ ਆ, ਆਪਾਂ ਥੋੜ੍ਹਾ ਜਿਹਾ ਅੱਗੇ ਵਧ ਗਏ। ਉਸ ਤੋਂ ਅਗਲੀ ਗੱਲ ਇਹ ਆ ਵੀ ਸਰਕਾਰਾਂ ਨੂੰ ਇਸ ਮਸਲੇ ਦੇ ਉੱਤੇ ਵੱਧ ਤੋਂ ਵੱਧ ਸਖਤੀ ਵਰਤਣੀ ਚਾਹੀਦੀ ਹੈ। ਗੁਰਦੁਆਰਿਆਂ ਦੇ ਵਿੱਚ ਤੇ ਧਾਰਮਿਕ ਥਾਵਾਂ ਜਿਹੜੀਆਂ ਬਾਕੀ ਉੱਥੇ CCTV ਕੈਮਰੇ ਵੀ ਲਾਓ ਤੇ ਭਾਈ ਰਖਵਾਲਾ ਵੀ ਹੋਣਾ ਚਾਹੀਦਾ। ਬਾਅਦ ਦੇ ਵਿੱਚ ਆਪਾਂ ਸਰਕਾਰ ਨੂੰ ਕਹਿੰਦੇ ਆ ਇਹ ਏਜੰਸੀਆਂ ਨੇ ਕੀਤਾ, ਉਹਨਾਂ ਨੇ ਜੋ ਕਰਨਾ ਜੋ ਕੀਤਾ ਉਹ ਤਾਂ ਕੀਤਾ, ਪਰ ਆਪਾਂ ਚੌਕਸੀ ਵੱਧ ਤੋਂ ਵੱਧ ਵਰਤ ਗਏ। ਇਸ ਮਾਮਲੇ ਦੇ ਉੱਤੇ ਸੂਬੇ ਦੀ ਸਰਕਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਕਿ ਭਾਈ ਉਹ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕਾਨੂੰਨੀ ਕਰਵਾਵੇ ਤੇ ਮਿਸਾਲੀ ਸਜ਼ਾ ਮਿਲੇ, ਭਾਵੇਂ ਕੋਈ ਵੀ ਬੰਦਾ ਕਿਸੇ ਵੀ ਪਾਰਟੀ ਦਾ ਹੈ ਜਾਂ ਨਹੀਂ ਹੈ। ਤੇ ਜੇਕਰ ਇਹ ਗੱਲ ਕਹਿੰਦੇ ਵੀ ਭਾਈ ਉਹ ਮਾਨਸਿਕ ਰੋਗੀ ਤਾਂ ਉਹਦਾ ਇਲਾਜ ਕਿੱਥੇ ਚੱਲਦਾ ਸੀ, ਉਹਦਾ ਮੈਡੀਕਲ ਸਰਟੀਫਿਕੇਟ ਕਿੱਥੇ ਆ, ਟੱਬਰ ਦੇ ਜੀ ਉਹਨੂੰ ਕਿਉਂ ਨਹੀਂ ਕੋਲੇ ਰੱਖਦੇ ਸੀ, ਜੇ ਉਹਨੇ ਬਾਹਰ ਮੱਥਾ ਟੇਕਣ ਆਉਣਾ ਤੇ ਉਸ ਤੋਂ ਬਾਅਦ ਨਾਲ ਕਿਉਂ ਨਹੀਂ ਆਉਂਦੇ ਸੀ, ਉਹਨੂੰ ਪਬਲਿਕ ਥਾਂ ਦੇ ਉੱਤੇ ਜਾਣ ਦੀ ਇੱਦਾਂ ਆਗਿਆ ਕਿਵੇਂ ਮਿਲ ਜਾਂਦੀ ਆ, ਕੱਲ੍ਹ ਨੂੰ ਕਿਸੇ ਹੋਰ ਜੀ ਦਾ ਵੀ ਨੁਕਸਾਨ ਕਰ ਸਕਦਾ ਸੀ। ਇਹ ਗੱਲਾਂ ਪਰਿਵਾਰ ਦੇ ਉੱਤੇ ਵੀ ਉੱਠਦੀਆਂ ਜੇਕਰ ਉਹ ਇਹ ਗੱਲ ਕਹਿੰਦੇ ਕਿ ਤਾਂ ਮਾਨਸਿਕ ਰੋਗੀ ਹੈ। ਸਮਾਂ ਦੱਸੂਗਾ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਕਿਹੜਾ ਆਉਂਦਾ। ਅਮਰਤਪਾਲ ਸਿੰਘ ਹੋਰੀ ਇਸ ਵੇਲੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਆ ਤੇ ਅਮਰਤਪਾਲ ਸਿੰਘ ਦੇ ਮੁੱਦੇ ਦੇ ਉੱਤੇ ਜਲੰਧਰ ਦੀ ਚੋਣ ਦੇ ਵਿੱਚ ਚੁੱਝ ਚਰਚਾ ਹਰ ਰੋਜ਼ ਚੱਲਦੀ ਤੇ ਚੱਲੂਗੀ ਵੀ, ਇਹ ਗੱਲ ਪੱਕੀ ਹੈ। 2 ਮੁੱਦੇ ਇਸ ਵੇਲੇ ਸਭ ਤੋਂ ਵੱਡੇ ਹੋ ਗਏ ਆ, ਇੱਕ ਅਮਰਤਪਾਲ ਦਾ, ਦੂਜਾ ਬੇਅਦਬੀ ਦਾ। ਦੋਨੋਂ ਮੁੱਦਿਆਂ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਜਲੰਧਰ ਵਾਲੀ ਚੋਣ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਕਰ ਰਹੀਆਂ। ਪਰ ਮੈਂ ਇਸ ਗੱਲ ਦੇ ਉੱਤੇ ਹੈਰਾਨ ਹਾਂ, ਚੋਣ ਕਿਹੜੀ ਗੱਲ ਤੇ ਲੜੀ ਜਾਣੀ ਚਾਹੀਦੀ ਆ? ਵਿਕਾਸ ਦੇ ਮੁੱਦੇ ਤੇ, ਲਟਕਦੇ ਕੰਮਾਂ ਦੇ ਮੁੱਦੇ ਦੇ ਉੱਤੇ ਵੀ ਭਾਈ ਇਹ ਪੂਰੇ ਕਿਉਂ ਨਹੀਂ ਹੋਏ, ਵਿਰੋਧੀ ਪਾਰਟੀਆਂ ਮੁੱਦਾ ਚੁੱਕਣ ਵੀ ਭਾਈ ਫਲਾਣੇ ਕੰਮ ਕਿਉਂ ਨਹੀਂ ਹੋਏ, ਸੱਤਾਧਾਰੀ ਧਿਰ ਦੱਸੇ ਵੀ ਅਸੀਂ ਫਲਾਣੇ ਕੰਮ ਕੀਤੇ ਤਾਂ ਹੈਗੇ ਆ। ਪ੍ਰੈਕਟੀਕਲ ਤੌਰ ਦੇ ਉੱਤੇ ਜਿਹੜੇ ਸ਼ਹਿਰ ਦੇ ਵਿੱਚ ਚੋਣ ਹੋ ਰਹੀ ਹੈ, ਬਾਕੀ ਮੁੱਦਿਆਂ ਦੇ ਨਾਲ ਨਾਲ ਉਸ ਸ਼ਹਿਰ ਦੇ ਮੁੱਦਿਆਂ ਦੀ ਚਰਚਾ ਵੀ ਚੱਲਣੀ ਚਾਹੀਦੀ ਆ। ਸਮਾਰਟ ਸਿਟੀ ਹੈ ਜਲੰਧਰ ਕਾਗਜ਼ਾਂ ਦੇ ਵਿੱਚ, ਪਰ ਸਮਾਰਟ ਸਿਟੀ ਵਾਲੀ ਹਾਲਤ ਵੀ ਨਹੀਂ ਇਹਦੀ। ਇਹ ਸਿਟੀ ਵੀ ਸਮਾਰਟ ਹੁੰਦੀ ਇਹਦੇ ਨਾਲੋਂ। ਅੱਜ ਜਲੰਧਰ ਸ਼ਹਿਰ ਉਹਨਾਂ ਸਮਾਰਟ ਨਹੀਂ ਰਿਹਾ। ਥਾਂ ਤੇ ਕੂੜੇ ਦੇ ਪਹਾੜ ਬਣੇ ਹੋਏ ਆ, ਥਾਂ ਤੇ ਕੁੱਤਿਆਂ ਦੀ ਦਹਿਸ਼ਤ ਆ, ਥਾਂ ਤੇ ਅਵਾਰਾ ਪਸ਼ੂਆਂ ਦੀ ਭਰਮਾਰ ਆ, ਥਾਂ ਦੇ ਉੱਤੇ ਟ੍ਰੈਫਿਕ ਦਾ ਬੁਰਾ ਹਾਲ ਆ, ਥਾਂ ਦੇ ਉੱਤੇ ਪੁਲੀਆਂ ਟੁੱਟੀਆਂ ਹੋਈਆਂ ਤੇ ਇਸ ਗੱਲ ਦੀ ਤਾਂ ਕੋਈ ਚਰਚਾ ਨਹੀਂ ਕਰਦੀ ਵਿਰੋਧੀ ਪਾਰਟੀ। ਮੇਰੇ ਕੋਲੇ 6 ਅਖਬਾਰਾਂ ਆਉਂਦੀਆਂ ਘਰ ਦੇ ਵਿੱਚ, ਇੱਕ ਅਖਬਾਰ ਦੇ ਵਿੱਚ ਘੱਟੋ ਘੱਟ ਚਲੋ ਜਲੰਧਰ ਦੀਆਂ 20 ਖਬਰਾਂ ਵੀ ਮੰਨੋ, ਮਤਲਬ 120 ਖਬਰਾਂ ਜਿਹੜੀਆਂ ਉਹ ਮੇਰੇ ਧਿਆਨ ਦੇ ਵਿੱਚੋਂ ਨਿਕਲਦੀਆਂ ਹਰ ਰੋਜ਼, ਤੁਹਾਡੇ ਵੀ ਨਿਕਲਦੀਆਂ ਹੋਣੀਆਂ। ਉਹਨਾਂ 120 ਖਬਰਾਂ ਦੇ ਵਿੱਚੋਂ 20 ਖਬਰਾਂ ਵੀ ਇਹੋ ਜਿਹੀਆਂ ਨਹੀਂ ਹੁੰਦੀਆਂ ਜਿਹੜੀਆਂ ਕਿ ਜਲੰਧਰ ਦੇ ਵਰਤਮਾਨ ਮੁੱਦਿਆਂ ਤੇ ਆਧਾਰਿਤ ਹੋਣ। ਬਾਕੀ ਕਿਵੇਂ ਹੁੰਦੀਆਂ 100 ਤੋਂ ਵੱਧ ਖਬਰਾਂ
ਲਓ ਜੀ ਫਲਾਣੇ ਨੇ ਐਂ ਕਹਿਤਾ ਅਸੀਂ ਛੱਡਾਂਗੇ ਨਹੀਂ, ਅਸੀਂ ਜਾਣ ਦੀ ਪਰਵਾਹ ਨਹੀਂ ਕਰਦੇ, ਅਸੀਂ ਆਹ ਨਹੀਂ ਕਰਦੇ, ਫਲਾਣਾ ਬੰਦਾ ਮਾੜਾ ਹੈ, ਫਲਾਣੀ ਪਾਰਟੀ ਕਿਹੜਾ ਚੰਗੀ ਹੈ, ਇਹਨੇ ਇਹਨੂੰ ਸ਼ਾਮਲ ਕਰ ਲਿਆ, ਉਹਨੇ ਉਹਨੂੰ ਗਾਲ ਕੱਢਤੀ, ਉਹਨੇ ਉਹਨੂੰ ਕੁਛ ਕਹਿਤਾ, ਉਹਨੇ ਰੈਲੀ ਕਰ ਲਈ, ਉਹਨੇ ਆਹ ਕਰ ਲਿਆ, ਉਹਨੇ ਆਹ ਕਰ ਲਿਆ। ਮੁੱਦੇ ਕਿੱਥੇ ਹਨ? ਜਲੰਧਰ ਦੀ ਜ਼ਿਮਨੀ ਚੋਣ ਦੇ ਵਿੱਚੋਂ ਅਸਲ ਲੋਕਾਂ ਦੇ ਮੁੱਦੇ ਗਾਇਬ ਹਨ, ਕਿਸਾਨ ਜਵਾਨ ਦੇ ਮੁੱਦੇ ਗਾਇਬ ਹਨ, ਪੰਜਾਬ ਦੇ ਅਸਲ ਮੁੱਦੇ ਗਾਇਬ ਹਨ। ਪੇਤਲੀਆਂ ਚਰਚਾਵਾਂ, ਪੇਤਲੀ ਜਿਹੜੀ ਆ ਇਸ ਵੇਲੇ ਗੱਲਬਾਤ ਹੋ ਰਹੀ ਹੈ, ਕੋਈ ਢੁਕਵੀਂ, ਕੋਈ ਅੰਦਰੂਨੀ, ਕੋਈ ਠੋਸ ਗੱਲਬਾਤ ਆ ਜਿਹੜੀ ਉਹ ਜਲੰਧਰ ਦੇ ਲੋਕ ਨਾ ਤਾਂ ਸਵਾਲ ਦੇ ਰੂਪ ਦੇ ਵਿੱਚ ਆਪ ਪੁੱਛ ਰਹੇ ਆ ਤੇ ਨਾ ਹੀ ਰਾਜਨੀਤਿਕ ਲੋਕ ਇਸ ਗੱਲ ਦੀ ਲੋੜ ਸਮਝ ਰਹੇ ਆ। ਤੇ ਇਹੋ ਜੀ ਪੇਤਲੀ ਵਿਚਾਰਧਾਰਾ ਵਾਲੇ ਜਦੋਂ ਵੋਟਰ ਹੋਣ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਜਦੋਂ ਕੋਈ ਉੱਠ ਕੇ ਸਵਾਲ ਹੀ ਨਹੀਂ ਕਰਦਾ ਤੇ ਫਿਰ ਭਾਈ ਵੋਟਾਂ ਆਪਾਂ ਪਾ ਹੀ ਦੇਣੀਆਂ ਹੁੰਦੀਆਂ, ਕਿਸੇ ਨੂੰ ਵੀ ਚੁਣ ਕੇ ਪਾ ਦਈਏ ਤੇ ਕਿਸੇ ਨੂੰ ਵੀ ਕਹਿ ਦਈਏ ਚੰਗਾ। ਰੱਬ ਜਾਣਦਾ ਵੀ ਭਾਈ ਜਿੱਤਣਾ ਕਿਹਨੇ ਆ, ਪਰ ਭਾਈ ਹਾਲੇ ਵੀ ਸਮਾਂ ਹੈਗਾ, ਸਵਾਲ ਕਰਨਾ ਸਿੱਖੀਏ। ਜੇ ਤਾਂ ਤੁਹਾਡੇ ਮੁਹੱਲੇ ਦੇ ਵਿੱਚ, ਤੁਹਾਡੇ ਸ਼ਹਿਰ ਦੇ ਵਿੱਚ ਕਮਾਲਾਂ ਹੋਈਆਂ ਪਈਆਂ ਫਿਰ ਗੱਲ ਵੱਖਰੀ ਆ, ਪਰ ਜੇਕਰ ਭਾਈ ਨਹੀਂ ਹੋਊਗਾ ਤਾਂ ਪਿਛਲਿਆਂ ਨੂੰ ਵੀ ਪੁੱਛੋ ਤੇ ਵਰਤਮਾਨ ਨੂੰ ਵੀ ਪੁੱਛੋ ਵੀ ਭਾਈ ਗੱਲ ਕੀ ਬਣੀ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਧੰਨਵਾਦ।